ਗੁਰ ਅਮਰਦਾਸ ਪਰਸੀਐ ਪਾਤਕ ਬਿਨਾਸਹਿ। ਗੁਰ ਅਮਰਦਾਸ ਪਰਸੀਐ ਸਿਧ ਸਾਧਕ ਆਸਾਸਹਿ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕਹਿ। ਇਕ ਬਿਨ ਦੁਗਣ ਜੋ ਤਉ ਰਹੈ ਜਾ ਸੁਮੰਤਰ ਮਾਨਵਹਿ ਲਹੈ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ। ਕਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਧ ਮਧੁਰ ਪਿਆਏ ਹੈ। ਸੁਬਤ ਸਜਾਸਨ ਬਿਲਾਸਨ ਦਇੰ ਕਮਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਚਾਤ੍ਰਿਕ ਸ਼ਬਦ ਸੁਨ ਅੱਖੀਆਂ ਉਘਰ ਗਈ ਭਈ ਜਲ ਮੀਨ ਗਤ ਬਿਰਹਾ ਜਗਾਏ ਹੈ। ਆਜ ਮੋਰੇ ਆਏ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ। ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟਿਆ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਆ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ। ਇਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜੇ ਰਾਗ ਸੁਹੇ ਅਸ਼ਟਪਦੀਆ ਮਹੱਲਾ ਚੌਥਾ।
ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਏ। ਦਰਸ਼ਨ ਹਰ ਦੇਖਣ ਕੈ ਤਾਏ, ਕਿਰਪਾ ਕਰਹਿ ਤਾਂ ਸਤਿਗੁਰ ਹਰ ਹਰ ਨਾਮ ਧਿਆਏ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਏ। ਦਰਸ਼ਨ ਹਰ ਦੇਖਣ ਕੈ ਤਾਏ, ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਏ। ਰਹਾਉ ਜੇ ਸੁਖ ਦੇਹ ਤਾਂ ਤੁਝੈ ਆਰਾਧੇ, ਦੁਖ ਭੇ ਤੁਝੈ ਧਿਆਏ। ਜੇ ਭੁਖ ਦੇਹ ਤਾਂ ਇਤਹਿ ਰਾਜਾ, ਦੁਖ ਵਿੱਚ ਸੁਖ ਮਨਾਏ। ਤਾਨ ਮਾਨ ਕਾਟ ਕਾਟ ਸਭ ਅਰਪੇ, ਵਿੱਚ ਅਗਨੇ ਆਪ ਜਲਾਏ। ਪੱਖਾ ਫੇਰੇ ਪਾਣੀ ਢੋਵਾ, ਜੋ ਦੇਵ ਹੈ ਸੋ ਖਾਏ। ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਹੋ ਵਡਿਆਈ। ਫੇਰੇ ਹੈ ਸੋ ਖਾਏ, ਨਾਨਕ ਗਰੀਬ ਮੇਲ। ਵਾਹਿਗੁਰੂ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ ਕਿ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਦੀਨ ਦੁਨੀਆ ਦੇ ਮਾਲਕ ਵਾਲੀਏ ਕੋਲ ਆਲਮ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਪਰਸ ਰਹੇ ਹੋ। ਧੰਨ ਧੰਨ ਤੀਸਰੇ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾਉਣਾ ਕਰ ਰਹੇ ਹੋ। ਅੱਜ ਦੇ ਦਿਨ ਬਾਸਰ ਕੇ ਗ੍ਰਾਮ ਵਿਖੇ ਬਾਬਾ ਤੇਜਭਾਨ ਦੇ ਗ੍ਰਹਿ ਵਿਖੇ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਬਚਪਨ ਤੋਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਸੁਭਾਅ ਧਾਰਮਿਕ ਰੁਚੀ ਵਾਲਾ ਹੈ। ਗਰੀਬ ਨਵਾਜ ਦਇਆਨਿਧ ਸੁਆਮੀ ਧਾਰਮਿਕ ਰੁਚੀ ਹੋਣ ਦੇ ਕਾਰਨ ਆਪਣੇ ਨਾਲ ਕੁਝ ਸਾਥੀਆਂ ਨੂੰ ਲੈ ਕੇ ਗੰਗਾ ਦੀ ਯਾਤਰਾ ਨੂੰ ਜਾਂਦੇ ਹਨ। ਗੰਗਾ ਜੀ ਦੀ ਯਾਤਰਾ ਤੇ ਆਉਂਦਿਆਂ ਜਾਂਦਿਆਂ ਪਰਮੇਸ਼ਰ ਦਾ ਭਜਨ ਕਰਦੇ ਨੇ, ਅਕਾਲ ਪੁਰਖ ਦਾ ਭਜਨ ਕਰਦੇ। ਸਮਾਂ ਬੀਤਦਾ ਗਿਆ। ਜਿਸ ਵਕਤ 21ਵੀਂ ਵੇਰੀ ਸਤਿਗੁਰੂ ਜੀ ਗੰਗਾ ਦੀ ਯਾਤਰਾ ਤੇ ਗਏ ਤਾਂ ਰਸਤੇ ਵਿੱਚ ਇੱਕ ਨਗਰ ਆਇਆ ਹੈ ਹਰਿਦੁਆਰ ਤੋਂ ਪਹਿਲਾਂ। ਇਸ ਨਗਰ ਦਾ ਨਾਮ ਹੈ ਮੇੜਾ।
ਮੇੜੇ ਪਿੰਡ ਵਿੱਚ ਸਤਿਗੁਰੂ ਜੀ ਨੇ ਉਤਾਰਾ ਕੀਤਾ। ਇੱਥੇ ਇੱਕ ਪੰਡਤ ਦਾ ਘਰ ਹੈ ਜਿੱਥੇ ਸਤਿਗੁਰਾਂ ਨੇ ਵਿਸ਼ਰਾਮ ਕੀਤਾ ਤੇ ਪੰਡਤ ਦਾ ਨਾਮ ਹੈ ਦੁਰਗਾ। ਗਰੀਬ ਨਵਾਜ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਰਾਜੇ ਹੋਏ ਨੇ। ਦੁਪਹਿਰ ਦਾ ਸਮਾਂ ਹੈ। ਸਤਿਗੁਰਾਂ ਦੇ ਚਰਨ ਕਮਲਾਂ ਦੇ ਵਿੱਚ ਪੰਡਤ ਦੁਰਗਾ ਜੀ ਨੇ ਪਦਮ ਵੇਖਿਆ। ਵੇਖ ਕੇ ਅੰਦਾਜ਼ਾ ਲਾਉਂਦਾ ਹੈ ਕੋਈ ਰਾਜੇ ਜਾਪਦੇ ਨੇ ਜਾਂ ਕੋਈ ਅਵਤਾਰੀ ਪੁਰਸ਼ ਨੇ। ਸਤਿਗੁਰਾਂ ਨੂੰ ਕਹਿਣ ਲੱਗਾ, ਜੀ ਕੌਣ ਹੋ ਤੁਸੀਂ? ਮਹਾਰਾਜ ਜੀ ਕਹਿੰਦੇ, ਭਾਈ ਮੈਂ ਤਾਂ ਇੱਕ ਸਧਾਰਨ ਵਿਅਕਤੀ ਹਾਂ। ਕਹਿੰਦਾ, ਜੀ ਤੁਹਾਡੇ ਚਰਨਾਂ ਵਿੱਚ ਪਦਮ ਹੈ। ਪਦਮ ਕੇਵਲ ਚਰਨ ਵਿੱਚ ਹੀ ਨਹੀਂ ਸੀ, ਭੱਟ ਕਹਿੰਦੇ ਮਹਾਰਾਜ ਜੀ ਦੇ ਪਾਵਨ ਹੱਥਾਂ ਵਿੱਚ ਵੀ ਪਦਮ ਹੈ। ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ। ਪਾਤਸ਼ਾਹ ਦੇ ਸੱਜੇ ਹੱਥ ਵਿੱਚ ਵੀ ਪਦਮ ਸੀ। ਕਹਿਣ ਲੱਗਾ, ਜੀ ਜੇ ਹਾਲੇ ਤੁਹਾਨੂੰ ਇਸ ਪਦਮ ਦਾ ਫਲ ਨਹੀਂ ਮਿਲਿਆ ਤਾਂ ਜ਼ਰੂਰ ਮਿਲੇਗਾ, ਪਰ ਯਾਦ ਰੱਖਿਓ ਮੈਂ ਉਦੋਂ ਤੁਹਾਡੇ ਕੋਲੋਂ ਭੇਟਾ ਲਵਾਂਗਾ। ਮਹਾਰਾਜ ਕਹਿੰਦੇ, ਹੁਣੇ ਲੈ ਲੈ ਜਿਹੜੀ ਦਕਸ਼ਣਾ ਲੈਣੀ। ਕਹਿੰਦਾ, ਜੀ ਨਹੀਂ ਉਦੋਂ ਹੀ ਲਵਾਂਗਾ, ਪਰ ਮੈਨੂੰ ਚੇਤੇ ਰੱਖਿਓ। ਗੰਗਾ ਦੀ ਯਾਤਰਾ ਕਰਕੇ ਜਦੋਂ ਵਾਪਸ ਪਰਤੇ ਤੇ ਇੱਕ ਸੰਨਿਆਸੀ ਨਾਲ ਸਤਿਗੁਰਾਂ ਦਾ ਮੇਲ ਹੋਇਆ, ਪ੍ਰੇਮ ਪੈ ਗਿਆ। ਸੰਨਿਆਸੀ ਨਾਲ ਵਾਰਤਾਲਾਪ ਕਰਦਿਆਂ ਕਰਦਿਆਂ ਸਤਿਗੁਰੂ ਜੀ ਆਪਣੇ ਨਗਰ ਬਾਸਰ ਕੇ ਆ ਗਏ। ਜਦੋਂ ਨਗਰ 'ਚ ਪਹੁੰਚੇ, ਰਾਤ ਦਾ ਸਮਾਂ, ਲੰਗਰ ਪ੍ਰਸ਼ਾਦਾ ਛਕ ਕੇ ਛੱਤ ਤੇ ਮੰਜਾ ਡਾਇਆ ਹੋਇਆ ਤੇ ਬਿਰਾਜੇ ਨੇ। ਤੇ ਸੰਨਿਆਸੀ ਨੇ ਸੁਭਾਵਕ ਹੀ ਪੁੱਛਿਆ ਵੀ ਤੁਹਾਡੇ ਗੁਰੂ ਦਾ ਨਾਮ ਕਿਆ ਹੈ? ਤੋ ਸਤਿਗੁਰੂ ਜੀ ਨੇ ਆਖਿਆ ਕਿ ਗੁਰੂ ਦੀ ਹਾਲੇ ਮੈਂ ਭਾਲ ਕਰ ਰਿਹਾ। ਤੋ ਸੰਨਿਆਸੀ ਨੇ ਇੱਕਦਮ ਮੱਥੇ ਤੇ ਹੱਥ ਮਾਰਿਆ, ਕਹਿੰਦਾ ਹਾਲੇ ਤੱਕ ਨਿਗੁਰੇ ਹੋ ਤੇ ਤੁਹਾਡੀ ਸੰਗਤ ਮੈਂ ਕੀਤੀ ਹੈ। ਮਹਾਰਾਜ ਜੀ ਦਾ ਸਾਥ ਛੱਡ ਕੇ ਉਸੇ ਵੇਲੇ ਘਰੋਂ ਚਲਾ ਗਿਆ। ਸਤਿਗੁਰਾਂ ਦੇ ਮਨ ਵਿੱਚ ਹੁਣ ਇੱਕੋ ਤਾਂਘ ਕੇ ਗੁਰੂ ਮਿਲੇ। ਆਖਿਆ, ਹੇ ਗੁਰਦੇਵ, ਮੈਂ ਤੁਹਾਨੂੰ ਨਹੀਂ ਜਾਣਦਾ ਤੁਸੀਂ ਕਿੱਥੇ ਹੋ, ਕੌਣ ਹੋ, ਪਰ ਤੁਸੀਂ ਤਾਂ ਮੈਨੂੰ ਜਾਣਦੇ ਹੋ। ਕਿਰਪਾ ਕਰੋ ਮੈਨੂੰ ਆਪਣੇ ਦਰਸ਼ਨ ਦਿਓ। ਨਾ ਨਾਂ ਦਾ ਪਤਾ ਸੀ ਸਤਿਗੁਰਾਂ ਦਾ, ਨਾ ਥਾਂ ਦਾ ਪਤਾ ਕਿੱਥੇ ਨੇ। ਬਿਨਾਂ ਨਾਂ ਤੇ ਬਿਨਾਂ ਥਾਂ ਤੋਂ ਗੁਰੂ ਸਾਹਿਬ ਦੀ ਆਰਾਧਨਾ ਕਰਦੇ ਨੇ। ਮਹਾਰਾਜ ਜੋ ਵੀ ਹੋ, ਜਿੱਥੇ ਵੀ ਹੋ, ਮੇਰੇ ਤੇ ਕਿਰਪਾ ਕਰੋ। ਰਾਤ ਸਾਰੀ ਜਾਗਦਿਆਂ ਬੀਤ ਗਈ। ਅਗਲੇ ਦਿਨ ਪ੍ਰਸ਼ਾਦਾ ਨਹੀਂ ਛਕਿਆ, ਭੋਜਨ ਛਕਣ ਨੂੰ ਇੱਛਾ ਨਹੀਂ। ਦੂਸਰੀ ਰਾਤ ਵੀ ਸਾਰੀ ਜਾਗਦਿਆਂ ਬੀਤ ਗਈ। ਅੰਮ੍ਰਿਤ ਵੇਲੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਪਏ। ਬਾਣੀ ਪੜ੍ਹ ਰਹੀ ਸੀ ਬੀਬੀ ਅਮਰੋ, ਧੰਨ ਗੁਰੂ ਅੰਗਦ ਦੇਵ ਸਾਹਿਬ ਦੀ ਸਪੁੱਤਰੀ, ਜੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਨੂੰ ਵਿਆਹੀ ਹੋਈ ਹੈ। ਮਧਾਣੀ ਪਾਈ ਹੋਈ ਤੇ ਬਾਣੀ ਪੜ੍ਹ ਰਹੀ। ਮਹਾਰਾਜ ਜੀ ਸੁਣਦੇ ਰਹੇ। ਇੱਕ ਇੱਕ ਬਚਨ ਸਤਿਗੁਰਾਂ ਨੂੰ ਆਪਣੇ ਮਨ ਪਰਥਾਏ ਪ੍ਰਤੀਤ ਹੁੰਦਾ ਵੀ ਮਾਨੋ ਇਹ ਬਚਨ ਮੇਰੀ ਅਵਸਥਾ ਬਿਆਨ ਕਰ ਰਹੇ ਨੇ। ਦਿਨ ਚੜਿਆ, ਲੋ ਲੱਗੀ ਤੇ ਪੁੱਛਿਆ, ਬੇਟਾ ਇਹ ਬਾਣੀ ਕਿਹਨਾਂ ਦੀ ਹੈ? ਆਖਿਆ, ਪਿਤਾ ਜੀ ਇਹ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਕਿੱਥੇ ਨੇ? ਸੱਚਖੰਡ ਚਲੇ ਗਏ ਨੇ। ਉਹਨਾਂ ਦੀ ਜਗ੍ਹਾ ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਵਿਖੇ ਬਿਰਾਜਮਾਨ ਨੇ। ਆਖਿਆ, ਪੁੱਤਰੀ ਫਿਰ ਮੈਨੂੰ ਉਹਨਾਂ ਦੇ ਦਰਸ਼ਨ ਕਰਵਾ। ਕਹਿਣ ਲੱਗੀ, ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਮੈਂ ਉਹਨਾਂ ਪਾਸ ਨਹੀਂ ਜਾਂਦੀ। ਜਦੋਂ ਸੱਦਦੇ ਨੇ ਮੈਂ ਜਾਂਦੀ ਹਾਂ, ਜਦੋਂ ਭੇਜਦੇ ਨੇ ਮੈਂ ਤਾਂ ਆਉਂਦੀ ਹਾਂ। ਆਖਿਆ, ਬੇਟਾ ਤੂੰ ਮੇਰੇ ਕਰਕੇ ਚੱਲਣਾ, ਚੱਲ। ਖਡੂਰ ਸਾਹਿਬ ਪਹੁੰਚੇ।
ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਆਪ ਜੀ ਇੱਥੇ ਠਹਿਰੋ, ਮੈਂ ਅੰਦਰ ਜਾ ਕੇ ਪਿਤਾ ਗੁਰੂ ਨੂੰ ਬੇਨਤੀ ਕਰਦੀ। ਬੀਬੀ ਅਮਰੋ ਨੇ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਨਮਸਕਾਰ ਕੀਤੀ ਤੇ ਸਤਿਗੁਰੂ ਜੀ ਪੁੱਛਦੇ ਆ, ਪੁੱਤਰ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਆ ਉਹਨਾਂ ਨੂੰ ਬਾਹਰ ਕਾਹਨੂੰ ਛੱਡ ਆਈ ਹੈ? ਜਾਣੀ ਜਾਣ ਅੰਤਰਯਾਮੀ। ਗੁਰੂ ਅਮਰਦਾਸ ਸਾਹਿਬ ਅੰਦਰ ਆਏ। ਗੁਰੂ ਅੰਗਦ ਸਾਹਿਬ ਜੀ ਉੱਠ ਕੇ ਨਾ ਦਸਤਬੋਸ਼ੀ ਕਰਨ ਵਾਸਤੇ, ਕਿਉਂਕਿ ਕੁੜਮਾਚਾਰੀ ਦਾ ਸੰਬੰਧ ਸੀ, ਰਿਸ਼ਤੇਦਾਰੀ ਦੁਨਿਆਵੀ, ਅੱਗੇ ਵਧਣ ਲੱਗੇ ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਚਰਨਾਂ ਤੇ ਸਿਰ ਧਰ ਕੇ ਮੱਥਾ ਟੇਕਿਆ। ਮਹਾਰਾਜ ਅੱਜ ਮੈਂ ਸੰਬੰਧੀ ਬਣ ਕੇ ਨਹੀਂ, ਤੁਹਾਡਾ ਸੇਵਕ ਬਣ ਕੇ ਆਇਆ। ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਰਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਪ੍ਰਾਰੰਭ ਕੀਤੀ। 1 ਸਾਲ ਬੀਤਿਆ, 1 ਸਾਲ ਸੇਵਾ ਕਰਦਿਆਂ ਲੰਘ ਗਿਆ। 1 ਸਾਲ ਬਾਅਦ ਇੱਕ ਸਿਰੇ ਪਾਓ ਸੀਸ ਤੇ ਸਜਾਉਣ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਸੀਸ ਤੇ ਸਜਾ ਲਿਆ। ਸਾਰਾ ਦਿਨ ਗਾਗਰ ਢੋਂਦੇ ਨੇ। ਲੰਗਰਾਂ ਵਿੱਚ ਪਾਣੀ ਦੀ ਲੋੜ ਹੁੰਦੀ, ਉੱਥੇ ਲੰਗਰ ਦੇ ਵਿੱਚ ਜਲ ਦੀ ਸੇਵਾ, ਕਦੇ ਲੰਗਰ ਪਕਾਉਣ ਦੀ, ਕਦੇ ਬਾਲਣ ਡਾਉਣ ਦੀ ਸੇਵਾ। ਇੱਦਾਂ ਸਾਰਾ ਦਿਨ ਸੇਵਾ 'ਚ ਹੀ ਲੱਗੇ ਰਹਿੰਦੇ। ਔਰ ਗੁਰੂ ਸਾਹਿਬ ਨਾਲ ਇਤਨਾ ਪ੍ਰੇਮ ਕਿ ਜਦੋਂ ਪਾਣੀ ਭਰਨ ਵਾਸਤੇ ਜਾਣਾ ਤੇ ਗੁਰੂ ਸਾਹਿਬ ਜੀ ਦੇ ਵੱਲ ਕਿਤੇ ਪਿੱਠ ਨਾ ਹੋਵੇ, ਪੁੱਠੇ ਪੈਰੀਂ ਪਿੱਛੇ ਨੂੰ ਟੁਰ ਕੇ ਜਾਣਾ। ਅੰਗ ਅੰਗ ਵਿੱਚ ਗੁਰੂ ਅੰਗਦ ਸਾਹਿਬ ਦੀ ਭਗਤੀ ਭਰੀ ਹੋਈ ਹੈ। ਸਮਾਂ ਬੀਤਦਾ ਗਿਆ। ਗੁਰੂ ਖਾਲਸਾ ਜੀ ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ। ਬਿਆਸ ਦਰਿਆ ਕੰਢੇ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਆਰੰਭ ਦਿੱਤਾ। ਹੁਣ ਗੋਇੰਦਵਾਲ ਸਾਹਿਬ ਤੋਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ। 12 ਸਾਲ ਲਗਾਤਾਰ ਨਿਰੰਤਰ ਗੁਰੂ ਅੰਗਦ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਗੁਰੂ ਅਮਰਦਾਸ ਸਾਹਿਬ ਨੇ ਕੀਤੀ, ਨਿਰੰਤਰ ਲਗਾਤਾਰ। ਔਰ ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਦੇ ਸਰੂਪ ਵਿੱਚ ਹੀ ਇੱਕਮਿਕ ਹੋ ਗਏ। ਖਡੂਰ ਸਾਹਿਬ ਦੇ ਵਿੱਚ ਇੱਕ ਤਪਾ ਸੀ, ਪਖੰਡੀ, ਗੁਰੂ ਅੰਗਦ ਸਾਹਿਬ ਨਾਲ ਈਰਖਾ ਕਰਦਾ ਸੀ। ਇੱਕ ਵਾਰੀ ਓੜ ਲੱਗ ਗਈ, ਮੀਂਹ ਨਹੀਂ। ਖਡੂਰ ਸਾਹਿਬ ਦੇ ਕੁਝ ਜ਼ਿਮੀਂਦਾਰ ਉਸ ਤਪੇ ਦੇ ਚੇਲੇ ਸਨ। ਤਪਾ ਉਹਨਾਂ ਨੂੰ ਕਹਿਣ ਲੱਗਾ, ਇਹ ਮੀਂਹ ਤਾਂ ਨਹੀਂ ਪੈਂਦਾ ਕਿਉਂਕਿ ਤੁਹਾਡੇ ਨਗਰ ਵਿੱਚ ਗੁਰੂ ਅੰਗਦ ਸਾਹਿਬ ਆਪਣੀ ਪੂਜਾ ਕਰਾਉਂਦੇ ਨੇ, ਗ੍ਰਸਤੀ ਨੇ। ਗ੍ਰਸਤੀ ਗੁਰੂ ਨਹੀਂ ਹੋ ਸਕਦਾ, ਆਪਣੀ ਪੂਜਾ ਨਹੀਂ ਕਰਾ ਸਕਦਾ, ਤੁਹਾਡੇ ਤੇ ਪਾਪ ਲੱਗਾ ਤਾਂ ਹੀ ਮੀਂਹ ਨਹੀਂ ਪੈਂਦਾ। ਤੁਸੀਂ ਉਹਨਾਂ ਨੂੰ ਆਪਣੇ ਨਗਰ ਚੋਂ ਕੱਢ ਦਿਓ। ਇਹ ਖਹਿਰੇ ਜ਼ਿਮੀਂਦਾਰ ਉਸ ਤਪੇ ਦੇ ਭੜਕਾਏ ਹੋਏ ਸਤਿਗੁਰਾਂ ਕੋਲ ਆਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆ ਕੇ ਆਖਿਆ, ਜੀ ਤੁਸੀਂ ਇਹ ਸਾਡਾ ਨਗਰ ਛੱਡ ਕੇ ਚਲੇ ਜਾਓ, ਜੇ ਨਹੀਂ ਜਾਓਗੇ ਤੇ ਅਸੀਂ ਫਿਰ ਦੂਜੇ ਤਰੀਕੇ ਨਾਲ ਤੁਹਾਨੂੰ ਭੇਜਾਂਗੇ। ਪਾਤਸ਼ਾਹ ਕਹਿੰਦੇ, ਚੰਗਾ ਭਾਈ, ਜੇ ਸਾਡੇ ਟੁਰ ਗਿਆ ਤੁਹਾਡਾ ਭਲਾ ਹੁੰਦਾ ਤੇ ਅਸੀਂ ਚਲੇ ਜਾਂਦੇ ਹਾਂ। ਪਾਤਸ਼ਾਹ ਉੱਥੋਂ ਉੱਠੇ ਤੇ ਚਲੇ ਗਏ। ਪਿੱਛੋਂ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਖਡੂਰ ਸਾਹਿਬ ਆਏ, ਪਤਾ ਲੱਗਾ ਵੀ ਤਪੇ ਨੇ ਇਹ ਕਰਤੂਤ ਕੀਤੀ ਹੈ। ਉਹਨਾਂ ਖਹਿਰੇ ਜ਼ਿਮੀਂਦਾਰਾਂ ਨੂੰ ਸੱਦ ਕੇ ਗੁਰੂ ਅਮਰਦਾਸ ਸਾਹਿਬ ਨੇ ਆਖਿਆ, ਤੁਸੀਂ ਗੁਰੂ ਅੰਗਦ ਸਾਹਿਬ ਦੀ ਬੇਅਦਬੀ ਕੀਤੀ ਹੈ, ਮਲੇਛੋ, ਦੱਸੋ ਹੁਣ ਮੀਂਹ ਪੈ ਗਿਆ ਤੁਹਾਡੇ ਨਗਰ 'ਚ? ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਹੁਣ ਉਹ ਜਿਹੜਾ ਤਪਾ ਹੈ ਉਹਨੂੰ ਕਹੋ ਜਾ ਕੇ ਮੀਂਹ ਪਾਵੇ। ਕਹਿੰਦੇ ਜੀ ਉਹ ਤਪਾ ਕਹਿੰਦਾ ਮੇਰੇ ਵੱਸ ਨਹੀਂ। ਮਹਾਰਾਜ ਜੀ ਕਹਿੰਦੇ ਫਿਰ ਅਸੀਂ ਪਵਾ ਦਈਏ। ਏਦਾਂ ਕਰੋ, ਸ਼ਾਮ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਤਪਾ ਜਿਹੜੇ ਜਿਹੜੇ ਖੇਤ ਵਿੱਚ ਜਾਏਗਾ ਉੱਥੇ ਉੱਥੇ ਮੀਂਹ ਪਵੇਗਾ। ਹੁਣ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਬਹੁਤ ਸਨ। ਤਪੇ ਨੂੰ ਕਹਿੰਦੇ ਚਲੋ ਤਪਾ ਜੀ,
ਤਪਾ ਜਿਹੜੇ ਖੇਤ ਵਿੱਚ ਪੈਰ ਪਾਉਂਦਾ, ਜਿਹੜੇ ਕਿੱਲੇ ਵਿੱਚ ਏਕੜ 'ਚ ਪੈਰ ਪਾਉਂਦਾ, ਉੱਥੇ ਮੀਂਹ ਪੈ ਜਾਂਦਾ। ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਦੀ ਕਲਾ ਵਰਤ ਰਹੀ। ਕਾਹਲੀ ਨਾਲ ਦੂਜੇ ਤੀਜੇ ਚੌਥੇ ਖੇਤ ਵਿੱਚ ਇੱਕ ਜ਼ਿਮੀਂਦਾਰ ਦੇ ਕਿਸੇ ਦੇ 20 ਖੇਤ ਨੇ, ਕਿਸੇ ਦੇ 50 ਨੇ। ਇਹ ਉਹਨਾਂ ਨੂੰ ਝਿੜਕਦਾ, ਮੇਰੇ ਕੋਲੋਂ ਟੁਰ ਨਹੀਂ ਹੁੰਦਾ। ਕਹਿੰਦੇ ਜਿਵੇਂ ਮਰਜ਼ੀ ਟੁਰ, ਤੇਰੇ ਪੈਰ ਪੈਣ ਨਾਲ ਸਾਡੇ ਖੇਤਾਂ 'ਚ ਮੀਂਹ ਪੈਣਾ। ਉਧਰ ਸ਼ਾਮ ਪੈਣ ਲੱਗੀ, ਜ਼ਿਮੀਂਦਾਰੇ ਨੂੰ ਧੂਈ ਫਿਰਨ, ਕੋਈ ਸੱਜੇ ਕੋਈ ਖੱਬੇ। ਇਹ ਉਹਨਾਂ ਨੂੰ ਝਿੜਕੇ, ਉਹ ਕਿੱਥੇ ਸੁਣਨ। ਕਹਿੰਦੇ ਚੁੱਪ ਕਰਕੇ ਟੁਰਿਆ ਰਹਿ। ਅਖੀਰ ਨੂੰ ਮਹਾਰਾਜ ਜੀ ਨੇ ਬਚਨ ਕਹੇ, ਆਖਿਆ ਵੀ ਇਹਦੀ ਮਾਸ ਬੋਟੀ ਜਿਹੜੇ ਨਗਰ ਵਿੱਚ, ਜਿਹੜੇ ਖੇਤ ਵਿੱਚ ਜਾਏਗੀ, ਜ਼ਰੂਰੀ ਨਹੀਂ ਇਹਦਾ ਸਾਰਾ ਸਰੀਰ ਹੀ ਜਾਵੇ, ਉੱਥੇ ਹੀ ਮੀਂਹ ਪੈ ਜਾਏਗਾ। ਏਦਾਂ ਧੂ ਧੂ ਕੇ ਜ਼ਿਮੀਂਦਾਰਾਂ ਨੇ ਇਹਨੂੰ ਜਦੋਂ ਮਾਰਿਆ ਤੇ ਸਾਰੇ ਖੇਤਾਂ ਵਿੱਚ ਇੱਕਸਾਰ ਮੀਂਹ ਵਰਤ ਗਿਆ। ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਆਏ ਤੇ ਅੱਗੇ ਗੁਰੂ ਅੰਗਦ ਸਾਹਿਬ ਨੇ ਮੂੰਹ ਫੇਰ ਲਿਆ। ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਸਤਿਗੁਰੂ ਆਰਾ ਚੱਲ ਜੇ ਤਨ ਤੇ ਬਰਦਾਸ਼ਤ ਕਰ ਸਕਦਾ, ਪਰ ਗੁਰੂ ਮੂੰਹ ਫੇਰੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਮਹਾਰਾਜ ਜੀ ਨੇ ਆਖਿਆ, ਪੁਰਖਾ ਤਾਂ ਕਰਾਮਾਤ ਵਿਖਾਈ ਹੈ, ਅਜਰ ਨੂੰ ਜਰਨ ਦੀ ਅਸੀਂ ਗੱਲ ਕਰਦੇ ਹਾਂ। ਕਹਿਣ ਲੱਗੇ, ਮਹਾਰਾਜ ਉਸ ਤਪੇ ਨੇ ਤੁਹਾਡੀ ਬੇਅਦਬੀ ਕੀਤੀ ਸੀ, ਤੁਹਾਡਾ ਨਿਰਾਦਰ ਕੀਤਾ ਸੀ, ਤੇ ਇਹ ਵਿਧਾਨ ਹੈ, ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾਨ। ਮੈਂ ਆਪਣੇ ਸਿੱਖ ਹੋਣ ਦਾ ਕਰਤੱਵ ਨਿਭਾਇਆ, ਉਸ ਤਪੇ ਨੂੰ ਉਹਦੀ ਕਰਨੀ ਦਾ ਫਲ ਦਿੱਤਾ ਹੈ। ਮਹਾਰਾਜ ਜੀ ਕਹਿੰਦੇ, ਪਰ ਅਜਮਤ ਵਿਖਾਈ ਹੈ, ਇਹ ਸਹੀ ਨਹੀਂ, ਅਜਰ ਨੂੰ ਜਰਨਾ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਨਾਲ ਲੈ ਕੇ ਵਾਪਸ ਖਡੂਰ ਸਾਹਿਬ ਆਏ। ਹਰੇਕ ਪ੍ਰਕਾਰ ਦੀਆਂ ਪ੍ਰੀਖਿਆਵਾਂ ਹੋਈਆਂ। ਖਾਲਸਾ ਜੀ, ਜਿਸ ਵਕਤ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗਾਗਰ ਲੈ ਕੇ ਆ ਰਹੇ ਨੇ ਜਲ ਦੀ, ਪੋਹ ਦੀਆਂ ਸਰਦ ਰਾਤਾਂ ਹਨ, ਮੀਂਹ ਪਿਆ ਪੈਂਦਾ ਹੈ। ਰਾਤ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੈ। ਇੱਕ ਜੁਲਾਹੇ ਦੇ ਘਰ ਦੇ ਕੋਲੋਂ ਲੰਘੇ ਤੇ ਡੁੱਲਣ ਤੋਂ ਬਚਾ ਲਿਆ ਤੇ ਆਵਾਜ਼ ਆਈ ਡਿੱਗਣ ਦੀ। ਅੰਦਰੋਂ ਜੁਲਾਹੇ ਨੇ ਆਵਾਜ਼ ਮਾਰ ਕੇ ਪੁੱਛਿਆ, ਕੌਣ? ਆਖਿਆ, ਗੁਰੂ ਕਾ ਸਿੱਖ। ਕਹਿੰਦਾ, ਇਸ ਵੇਲੇ ਕਿਹੜਾ ਸਿੱਖ ਹੋਣਾ, ਕੋਈ ਚੋਰ ਤਾਂ ਨਹੀਂ? ਜੁਲਾਈ ਨੂੰ ਪਤਾ ਸੀ। ਕਹਿਣ ਲੱਗੀ, ਹੋਰ ਕੌਣ ਹੋਣਾ? ਮਹਾਰਾਜ ਜੀ ਦਾ ਅਧੂਰਾ ਨਾਂ ਲੈ ਕੇ ਕਹਿੰਦੀ, ਇੱਕੋ ਨਥਾਵਾ ਹੋਣਾ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੇ ਬਾਰੇ ਸਭ ਕੁਝ ਸੁਣ ਲਿਆ, ਪਰ ਜਦੋਂ ਆਖਿਆ ਨਾ ਨਥਾਵਾ, ਤੇ ਮਹਾਰਾਜ ਜੀ ਕਹਿੰਦੇ, ਕਮਲੀਏ ਹੁਣ ਮੈਂ ਨਥਾਵਾ ਨਹੀਂ ਰਿਹਾ, ਹੁਣ ਮੈਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਥਾਂ ਮਿਲ ਗਈ ਹੈ। ਨਥਾਵਾ ਮੈਂ ਪਹਿਲਾਂ ਸਾਂ, ਜਦੋਂ ਇੱਥੇ ਆਇਆ ਨਹੀਂ ਸੀ। ਪਾਤਸ਼ਾਹ ਦਾ ਬਚਨ ਸੀ, ਉਸੇ ਵੇਲੇ ਜੁਲਾਈ ਕਮਲੀ ਹੋ ਗਈ। ਇਧਰ ਗੁਰੂ ਅੰਗਦ ਸਾਹਿਬ ਨੇ ਵੇਖਿਆ ਸਾਰੀਆਂ ਪਰਖਾਂ ਵਿੱਚ ਖਰੇ ਹਨ ਤੇ ਖੜੇ ਉਡੀਕਦੇ ਸਨ, ਤੇ ਘੁੱਟ ਕੇ ਗਲ ਬੱਕੜੀ 'ਚ ਲੈ ਕੇ ਬਚਨ ਫਰਮਾਏ। ਆਖਿਆ, ਕੌਣ ਕਹਿੰਦਾ ਤੂੰ ਨਥਾਵੈ? ਤੂੰ ਨਥਾਵਿਆਂ ਦੀ ਥਾਂ ਹੈ, ਤੂੰ ਨਿਓਟਿਆਂ ਦੀ ਓਟ ਹੈ, ਤੂੰ ਨਿਆਸਰਿਆਂ ਦਾ ਆਸਰਾ ਹੈ, ਤੂੰ ਨਿਗੱਤਿਆਂ ਦੀ ਗੱਤ ਹੈ, ਤੂੰ ਨਿਪੱਤਿਆਂ ਦੀ ਪੱਤ ਹੈ, ਤੂੰ ਨਿਤਰਿਆਂ ਦੀ ਧਿਰ ਹੈ, ਤੂੰ ਨਚੀਜਿਆਂ ਨੂੰ ਚੀਜ਼ ਕਰਨ ਵਾਲਾ ਹੈ। 12 ਵਰ ਦੇ ਕੇ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਨੇ ਨਿਵਾਜਿਆ, ਔਰ ਇੱਥੇ ਹੀ ਬਸ ਨੇ ਗੁਰਿਆਈ ਦੇ ਕੇ ਨਿਵਾਜਿਆ। ਗੋਇੰਦਵਾਲ ਸਾਹਿਬ ਜਦੋਂ ਮਹਾਰਾਜ ਜੀ ਨੇ ਵਾਪਸ ਜਾਣਾ ਨਾ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਕੇ, ਖਾਲਸਾ ਜੀ ਰਸਤੇ 'ਚ ਸਥਾਨ ਹੈ ਗੁਰਦੁਆਰਾ ਦਮਦਮਾ ਸਾਹਿਬ, ਉਹਨੂੰ ਕਹਿੰਦੇ ਹਨ। ਉੱਥੇ ਤੱਕ ਪੁੱਠੇ ਪੈਰੀਂ ਟੁਰ ਕੇ ਜਾਣਾ, ਵੀ ਕਿਤੇ ਮੇਰੀ ਪਿੱਠ ਗੁਰੂ ਸਾਹਿਬ ਦੀ ਨਗਰੀ ਵੱਲ ਨਾ ਹੋਵੇ। ਜਿੰਨਾ ਚਿਰ ਨਗਰ ਦਿਸਦਾ ਰਹਿਣਾ ਖਡੂਰ ਸਾਹਿਬ, ਉਹਨਾਂ ਚਿਰ ਪੁੱਠੇ ਪੈਰੀਂ ਟੁਰ ਕੇ ਉੱਥੋਂ ਮੱਥਾ ਟੇਕਣਾ, ਫਿਰ ਸਿੱਧੇ ਪੈਰੀ ਹੋ ਕੇ ਗੋਇੰਦਵਾਲ ਸਾਹਿਬ ਨੂੰ ਜਾਣਾ। ਇਹ ਗੁਰੂ ਅਮਰਦਾਸ ਸਾਹਿਬ ਦੀ ਭਗਤੀ ਸੀ। ਜਦੋਂ ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋਏ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਚਲੇ ਗਏ। ਸਤਿਗੁਰੂ ਜੀ ਗੋਇੰਦਵਾਲ ਸਾਹਿਬ ਆ ਗਏ। 22 ਸਾਲ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਗੁਰਗੱਦੀ ਤੇ ਰਹੇ ਹਨ।
ਗੋਇੰਦਵਾਲ ਸਾਹਿਬ ਨਗਰ ਨੂੰ ਸਿੱਖੀ ਦਾ ਧੁਰਾ ਬਣਾਇਆ। ਬੌਲੀ ਸਾਹਿਬ ਦੀ ਰਚਨਾ ਕੀਤੀ ਸਤਿਗੁਰੂ ਜੀ ਨੇ। 84 ਪੌੜੀਆਂ ਵਾਲੀ ਬੌਲੀ ਦੀ ਰਚਨਾ ਕਰਕੇ ਗੁਰਸਿੱਖਾਂ ਨੂੰ ਇਸ ਮਹਾਨ ਤੀਰਥ ਦੀ ਦਾਤ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਆਖਿਆ ਜਿਹੜਾ ਕੋਈ ਮਾਈ ਭਾਈ ਇਸ ਬੌਲੀ ਵਿੱਚ ਇਸ਼ਨਾਨ ਕਰੇਗਾ 84 ਵੇਰਾਂ ਔਰ 84 ਪੌੜੀਆਂ ਤੇ ਬਹਿ ਕੇ ਇੱਕ ਪਾਠ 84 ਪਾਠ ਜਪਜੀ ਸਾਹਿਬ ਦੇ ਕਰੇਗਾ, ਉਹਨਾਂ ਨੂੰ 84 ਲੱਖ ਜੂਨੀਆਂ ਤੋਂ ਬੰਦ ਖਲਾਸੀ ਦੀ ਪ੍ਰਾਪਤੀ ਹੋਵੇਗੀ। ਇਹ ਬਚਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਫਰਮਾਏ। ਬਕਾਇਦਾ ਧਰਮਰਾਜ ਨੂੰ ਹੁਕਮ ਕੀਤਾ, ਜਦੋਂ ਤੱਕ ਅਸੀਂ ਇੱਥੇ ਵਸਦੇ ਹਾਂ ਤੇਰੇ ਦੂਤ ਸਾਡੇ ਨਗਰ 'ਚ ਨਾ ਆਵਣ। ਐਸੇ ਸਤਿਗੁਰੂ ਦੀਨ ਦਿਆਲ ਨੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਬੌਲੀ ਸਾਹਿਬ ਦੀ ਰਚਨਾ ਹੋਈ, ਵਿਸਾਖੀ ਦੇ ਜੋੜ ਮੇਲੇ ਦੀ ਪ੍ਰਾਰੰਭਤਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਭ ਤੋਂ ਪਹਿਲੀ ਵਾਰ ਜਿਹੜੀ ਵਿਸਾਖੀ ਮਨਾਈ ਗਈ ਉਹ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਵਿਖੇ ਮਨਾਈ ਗਈ। ਬੜੇ ਬੜੇ ਨਾਮ ਰਸੀਏ ਗੁਰਸਿੱਖ ਭਾਈ ਪਾਰੂ ਜੀ ਪਰਮਹੰਸ ਵਰਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਸੇਵਕ ਨੇ। ਡੱਲੇ ਪਿੰਡ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਏਡੀ ਵੱਡੀ ਕਿਰਪਾ ਕੀਤੀ। ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਡੱਲੇ ਪਿੰਡ 'ਚ 72 ਬ੍ਰਹਮ ਗਿਆਨੀ ਪੈਦਾ ਹੋਏ। 72 ਜਿਨ੍ਹਾਂ ਚੋਂ ਸਾਰਿਆਂ ਚੋਂ ਮੁਖੀ ਸਨ ਭਾਈ ਪਾਰੋ ਜੀ ਪਰਮਹੰਸ। ਐਸੀਆਂ ਬੇਅੰਤ ਬਖਸ਼ਿਸ਼ਾਂ ਕੀਤੀਆਂ। ਗੋਇੰਦਵਾਲ ਸਾਹਿਬ ਵਿਖੇ 22 ਮੰਜੀਆਂ ਮਹਾਰਾਜ ਜੀ ਨੇ ਪ੍ਰਚਾਰਕਾਂ ਦੀਆਂ ਥਾਪੀਆਂ। ਹਿੰਦੁਸਤਾਨ ਦੇ 22 ਸੂਬੇ ਸਨ। ਉਹਨਾਂ 22 ਸੂਬਿਆਂ ਵਿੱਚ ਆਪਣੇ ਪ੍ਰਚਾਰਕਾਂ ਨੂੰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਭੇਜਿਆ। ਬਾਬਾ ਸਾਵਣ ਮੱਲ ਜੀ ਨੂੰ ਇੱਧਰ ਹਰੀਪੁਰ ਦੇ ਇਲਾਕੇ ਵਿੱਚ ਭੇਜਿਆ। ਇਸੇ ਤਰ੍ਹਾਂ ਭਾਈ ਮਾਣਕ ਚੰਦ, ਭਾਈ ਪ੍ਰੇਮਾ ਕੋੜੀ ਜਿਹਨੂੰ ਮਹਾਰਾਜ ਜੀ ਨੇ ਮੁਰਾਰੀ ਬਣਾ ਕੇ ਮਥੋ ਮੁਰਾਰੀ ਦੀ ਜੋੜੀ ਬਣਾ ਕੇ ਪ੍ਰਚਾਰ ਪ੍ਰਸਾਰ ਲਈ ਭੇਜਿਆ। ਭਾਈ ਸੱਚਨ ਸੱਚ ਜੀ ਵਰਗੇ ਅਨੇਕਾਂ ਗੁਰਮੁਖਾਂ ਤੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਭਾਈ ਬੱਲੂ ਜੀ ਵਰਗੇ ਗੁਰਮੁਖਾਂ ਤੇ ਜਿਨ੍ਹਾਂ ਨੂੰ 22 ਮੰਜੀਆਂ ਦੇ ਕੇ ਮਹਾਰਾਜ ਜੀ ਨੇ ਪ੍ਰਚਾਰ ਪ੍ਰਸਾਰ ਕਰਨ ਲਈ ਟੋਰਿਆ। ਪੜਦਾ ਪ੍ਰਥਾ ਸੀ। ਹਰੀਪੁਰ ਦਾ ਜਦੋਂ ਰਾਜਾ ਆਇਆ ਨਾ ਤੇ ਰਾਣੀਆਂ ਸਮੇਤ ਗੁਰੂ ਦਰਸ਼ਨਾਂ ਨੂੰ ਪਹੁੰਚਿਆ। ਕਹਿਣ ਲੱਗਾ ਜੀ ਮੇਰੀਆਂ ਰਾਣੀਆਂ ਵੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ। ਪਾਤਸ਼ਾਹ ਆਖਿਆ ਉਹਨਾਂ ਨੂੰ ਕਹੋ ਸਾਦੇ ਵਸਤਰ ਧਾਰਨ ਕਰਕੇ ਦਰਸ਼ਨ ਕਰਨ ਆਉਣ। ਸਾਦਾ ਪਹਿਰਨ ਦਾ ਹੁਕਮ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ ਕਿ ਰਾਣੀਆਂ ਨੂੰ ਕਹੋ ਕਿ ਸਾਦੇ ਵਸਤਰ ਧਾਰਨ ਕਰਕੇ ਆਉਣ ਤੇ ਚਿਹਰੇ ਤੇ ਕੋਈ ਪਰਦਾ ਨਾ ਕਰੇ, ਕਿਉਂਕਿ ਉਹਨਾਂ ਵੇਲਿਆਂ ਵਿੱਚ ਇਸਤਰੀਆਂ ਘੁੰਡ ਕੱਢਦੀਆਂ ਸਨ, ਪਰਦਾ ਕਰਦੀਆਂ ਸਨ। ਇੱਕ ਰਾਣੀ ਕਿਤੇ ਨਵੀਂ ਵਿਆਹੀ ਆਈ ਸੀ। ਮਹਾਰਾਜ ਜੀ ਚੁਬਾਰਾ ਸਾਹਿਬ ਦਰਸ਼ਨ ਦੇ ਰਹੇ ਸੀ, ਕਿੱਲੀ ਫੜੀ ਹੋਈ ਹੈ। ਤੋ ਰਾਣੀਆਂ ਵਾਰੋ ਵੇਰੀ ਨਮਸਕਾਰ ਕਰਦੀਆਂ ਨੇ, ਦਰਸ਼ਨ ਕਰਦੀਆਂ ਨੇ। ਉਹ ਨਵੀਂ ਵਿਆਹੀ ਰਾਣੀ ਜਦੋਂ ਮਹਾਰਾਜ ਜੀ ਦੇ ਕੋਲ ਆਈ ਤੇ ਉਹਨੇ ਲਾਜ ਜੀ ਕੀਤੀ ਤੇ ਚਿਹਰੇ ਤੇ ਪਰਦਾ ਕਰ ਲਿਆ। ਪਾਤਸ਼ਾਹ ਨੂੰ ਵੇਖ ਕੇ ਕਹਿੰਦੇ ਕਮਲੀਏ ਜੇ ਦਰਸ਼ਨ ਹੀ ਨਹੀਂ ਸਨ ਕਰਨੇ ਸਾਡੇ ਤੇ ਫਿਰ ਕਾਹਨੂੰ ਆਈ ਐ। ਬਚਨ ਹੋਣ ਦੀ ਦੇਰੀ ਸੀ, ਕਮਲੀ ਹੋ ਕੇ ਚਲੀ ਗਈ। ਬਾਅਦ ਚ ਭਾਈ ਸੱਚਨ ਸੱਚ ਨੇ ਉਹਦੇ ਤੇ ਦਇਆ ਦ੍ਰਿਸ਼ਟੀ ਕੀਤੀ ਸੀ। ਮਹਾਰਾਜ ਜੀ ਨੇ ਆਪਣੇ ਪਾਵਨ ਚਰਨਾਂ ਦਾ ਜੋੜਾ ਭਾਈ ਸੱਚਨ ਸੱਚ ਨੂੰ ਬਖਸ਼ਿਆ, ਆਪਣਾ ਖੂੰਡਾ ਭਾਈ ਸੱਚਨ ਸੱਚ ਨੂੰ ਬਖਸ਼ਿਆ ਔਰ ਉਸ ਮਾਈ ਦੇ ਉੱਤੇ ਫਿਰ ਕਿਰਪਾ ਹੋਈ। ਉਹ ਭਾਈ ਸੱਚਨ ਸੱਚ ਨੂੰ ਹੀ ਬਾਅਦ ਵਿੱਚ ਵਿਆਹੀ ਗਈ। ਭਾਈ ਸੱਚਨ ਸੱਚ ਦੀ ਜਿਹੜੀ ਮੰਜੀ ਉਹ ਇੱਧਰ ਪਟਿਆਲੇ ਦੇ ਇਲਾਕੇ ਵਿੱਚ ਵੀ ਰਹੀ ਹੈ। ਉਹਨਾਂ ਦਾ ਖੂੰਡਾ ਇੱਧਰ ਆਪਣੇ ਨੇੜੇ ਯੂਨੀਵਰਸਿਟੀ ਦੇ ਕੋਲ ਪਿੰਡ ਹੈ ਸ਼ਮਸ਼ਪੁਰ। ਔਰ ਇਸੇ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਦਾ ਜੋੜਾ ਜਿਹੜੀ ਅੱਗੇ ਉਹਨਾਂ ਦੀ ਮੰਜੀ ਚੱਲਦੀ ਆ ਉਹਨਾਂ ਦੇ ਪਰਿਵਾਰਾਂ ਵਿੱਚ। ਇੱਧਰ ਬੁਢਲਾਡੇ ਦੇ ਇਲਾਕੇ ਦੇ ਵਿੱਚ ਇੱਕ ਅਸਥਾਨ ਹੈ ਗੁਰਦੁਆਰਾ ਪਾਨ ਸਾਹਿਬ, ਉੱਥੇ ਉਹ ਜੋੜਾ ਮਹਾਰਾਜ ਜੀ ਦਾ ਸੁਭਾਏਮਾਨ ਹੈ। ਇੱਕ ਜੋੜਾ ਇੱਧਰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ। ਤੋ ਇੱਦਾਂ ਬਹੁਤ ਸਾਰੇ ਗੁਰਸਿੱਖਾਂ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ਾਂ ਕਰਕੇ ਨਿਵਾਜਿਆ। ਹੁਣ ਮਹਾਰਾਜ ਜੀ ਕਹਿੰਦੇ ਚਲੋ ਗੰਗਾ ਦੀ ਯਾਤਰਾ ਨੂੰ ਚੱਲੀਏ। ਬੇਅੰਤ ਸੰਗਤ ਮਹਾਰਾਜ ਜੀ ਦੇ ਨਾਲ ਚੱਲ ਪਈ। ਬਾਦਸ਼ਾਹ ਅਕਬਰ
ਗੁਰੂ ਸਾਹਿਬ ਦਾ ਸੇਵਕ ਹੋ ਗਿਆ। ਸਤਿਗੁਰਾਂ ਆਖਿਆ ਹਿੰਦੂਆਂ ਦੇ ਤੀਰਥਾਂ ਤੇ ਤੂੰ ਟੈਕਸ ਲਾਇਆ, ਜਜੀਆ ਲਾਇਆ, ਇਹ ਬੰਦ ਕਰ। ਕਹਿੰਦਾ ਜੀ ਸਤ ਬਚਨ, ਜਜੀਏ ਤੋਂ ਮੁਕਤ ਕਰਵਾ ਕੇ ਸਾਰੇ ਸਥਾਨ ਮਹਾਰਾਜ ਜੀ ਜਦੋਂ ਨਾਲ ਲੈ ਕੇ ਸੰਗਤ ਨੂੰ ਚੱਲੇ, ਵਹੀਰਾਂ ਦੇ ਵਹੀਰ ਚੱਲ ਪਏ ਕਿ ਫਰੀ 'ਚ ਯਾਤਰਾ ਹੋਣੀ, ਨਾਲੇ ਤੀਰਥਾਂ ਦੀ ਯਾਤਰਾ ਕਰਾਂਗੇ, ਨਾਲੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਾਂਗੇ। ਬੇਅੰਤ ਸੰਗਤਾਂ ਸਿੱਖ ਨਾਲ ਚੱਲ ਪਏ। ਪਾਤਸ਼ਾਹ ਜੀ ਚਲਦਿਆਂ ਇੱਧਰੋਂ ਭੇਵਾ, ਕੁਰੂਕਸ਼ੇਤਰ ਆਦਿਕ ਸਥਾਨਾਂ ਤੋਂ ਹੁੰਦਿਆਂ ਹਰਿਦੁਆਰ ਪਹੁੰਚੇ ਹਨ। ਉਸੇ ਵਿਹੜੇ ਪਿੰਡ ਦੇ ਕੋਲ ਮਹਾਰਾਜ ਜੀ ਨੇ ਡੇਰਾ ਕੀਤਾ, ਜਿੱਥੇ ਉਸ ਪੰਡਤ ਦੁਰਗੇ ਨੇ ਮਹਾਰਾਜ ਜੀ ਦੇ ਚਰਨਾਂ ਦਾ ਪਦਮ ਪਛਾਣਿਆ ਸੀ। ਉਹਨੇ ਆ ਕੇ ਵੇਖਿਆ ਕੌਣ ਨੇ, ਪਤਾ ਲੱਗਾ ਵੀ ਇਹ ਤਾਂ ਉਹੀ ਨੇ। ਸਤਿਗੁਰਾਂ ਨੂੰ ਨਮਸਕਾਰ ਕੀਤੀ, ਆਖਿਆ ਮਹਾਰਾਜ ਮੈਨੂੰ ਪਹਿਚਾਣਿਆ ਜੇ? ਮਹਾਰਾਜ ਜੀ ਕਹਿੰਦੇ ਹਾਂ ਪਹਿਚਾਣਿਆ। ਕਹਿੰਦਾ ਜੀ ਫਿਰ ਯਾਦ ਹੋਣਾ ਵੀ ਮੇਰੀ ਭੇਟਾ ਰਹਿੰਦੀ ਹੈ ਤੁਹਾਡੇ ਬੱਲੇ, ਮੈਂ ਦਕਸ਼ਣਾ ਲੈਣੀ ਹੈ ਤੁਹਾਡੇ ਕੋਲੋਂ। ਪਾਤਸ਼ਾਹ ਕਹਿੰਦੇ ਹਾਂ ਪੰਡਤ ਜੀ ਦਕਸ਼ਣਾ ਵੀ ਦਿਆਂਗੇ, ਇੱਕ ਚੀਜ਼ ਮੰਗ ਲਓ, ਜਾਂ ਇਸ ਲੋਕ ਦਾ ਸੁੱਖ ਮੰਗ ਲਓ ਜਾਂ ਪਰਲੋਕ ਦਾ ਮੰਗ ਲਓ, ਜਾਂ ਨਾਮਦਾਨ ਮੰਗ ਲਓ ਜਾਂ ਦੁਨਿਆਵੀ ਧਨ ਮੰਗ ਲਓ। ਤੋ ਪੰਡਤ ਜੀ ਬੜੇ ਸਿਆਣੇ ਕਹਿਣ ਲੱਗੇ ਗਰੀਬ ਨਵਾਜ ਸਤਿਗੁਰੂ, ਨਾਮ ਦੇਹ ਧਨ ਦੇਹ ਨ ਜਨ ਕੋ, ਧਨ ਬਹੀਨ ਜਨ ਜਗ ਨ ਸੁਹੈ ਹੈ। ਜੇ ਧਨ ਦਹਿ ਹੈ ਨਾਮ ਨ ਦਹਿ ਹੈ, ਨਾਮ ਬਿਨਾ ਜਨ ਜਮਪੁਰ ਜੈ ਹੈ। ਮਹਾਰਾਜ ਜੇ ਕੱਲਾ ਧਨ ਦਿੱਤਾ ਨਾਮ ਨਾ ਦਿੱਤਾ, ਨਾਮ ਬਿਨਾ ਜਮਪੁਰੀ ਜਾਵਾਂਗਾ। ਜੇ ਨਾਮ ਦਿੱਤਾ ਧਨ ਨਾ ਦਿੱਤਾ ਤੇ ਧਨ ਬਿਨਾ ਇਸ ਜਗਤ ਵਿੱਚ ਸ਼ੋਭਨੀਕ ਨਹੀਂ ਹੋਵਾਂਗਾ। ਹੇ ਤੇਜੋ ਕੇ ਨੰਦਨ ਗੁਰੂ ਅਮਰਦਾਸ ਸਾਹਿਬ ਜੀ, ਕਿਰਪਾ ਕਰੋ ਮੈਨੂੰ ਦੋਵੇਂ ਹੀ ਦਾਨ ਦੇ ਕੇ ਨਿਵਾਜੋ। ਪਾਤਸ਼ਾਹ ਤੁਹਾਡੇ ਕੋਲ ਕਿਹੜਾ ਕੋਈ ਕੰਜੂਸੀ ਹੈ ਵੀ ਤੁਸੀਂ ਇੱਕੋ ਚੀਜ਼ ਹੀ ਦੇ ਸਕਦੇ ਹੋ, ਸਮਰੱਥ ਹੋ, ਦੋਵੇਂ ਹੀ ਬਖਸ਼ ਸਕਦੇ ਹੋ। ਮਹਾਰਾਜ ਜੀ ਨੇ ਆਖਿਆ ਪੰਡਤ ਦੁਰਗਾ ਜੀ ਤੁਹਾਨੂੰ ਨਾਮ ਧਨ ਵੀ ਦਿੱਤਾ, ਦੁਨਿਆਵੀ ਧਨ ਵੀ ਬਖਸ਼ਿਆ, ਤੁਹਾਡਾ ਲੋਕ ਪਰਲੋਕ ਦੋਵੇਂ ਹੀ ਸੁਖੀ। ਹਰਿਦੁਆਰ ਅੱਗੇ ਵੀ ਆਏ ਨੇ 21 ਵੇਰੀ, ਪਰ ਇਸ ਵਾਰ ਜਦੋਂ ਆਏ ਤੇ ਗੰਗਾ ਆਪ ਹਾਜ਼ਰ ਹੋਈ। ਮਹਾਰਾਜ ਜੀ ਨੂੰ ਬੇਨਤੀ ਕਰਦੀ, ਪਾਤਸ਼ਾਹ ਆਪਣੇ ਚਰਨ ਮੇਰੇ 'ਚ ਪਾ ਕੇ ਮੈਨੂੰ ਪਵਿੱਤਰ ਤੇ ਪਾਵਨ ਕਰੋ। ਪਾਤਸ਼ਾਹ ਨੇ ਜਦੋਂ ਆਪਣੇ ਚਰਨ ਗੰਗਾ ਦੇ ਜਲ ਵਿੱਚ ਪਾਏ ਤੇ ਗੰਗਾ ਵੀ ਧਨ ਤੇ ਕਿਰਤਾਰਥ ਹੋਈ, ਜਾਣਦੀ ਆਪਣੇ ਆਪ ਨੂੰ ਕਿ ਸਤਿਗੁਰਾਂ ਦੇ ਚਰਨਾਂ ਦੇ ਸਪਰਸ਼ ਨਾਲ ਮੈਂ ਵੀ ਪਾਵਨ ਤੇ ਪਵਿੱਤਰ ਹੋ ਗਈ ਹਾਂ। ਹਰਿਦੁਆਰ ਤੋਂ ਜਦੋਂ ਜਾ ਰਹੇ ਸਨ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਪੁਲ ਆਇਆ ਰਸਤੇ ਵਿੱਚ। ਪੁਲ ਦੇ ਉੱਤੇ ਨਾ ਜਜੀਆ ਲੈਣ ਵਾਸਤੇ ਖੜੇ ਹੋਏ, ਟੈਕਸ ਲੈਣ ਵਾਸਤੇ। ਹੁਣ ਸਤਿਗੁਰਾਂ ਨਾਲ ਜਿਹੜੀ ਸੰਗਤ ਸੀ ਉਹਨਾਂ ਨੂੰ ਸਾਰਿਆਂ ਨੂੰ ਟੈਕਸ ਮਾਫ ਸੀ। ਬਾਦਸ਼ਾਹ ਅਕਬਰ ਦਾ ਹੁਕਮ ਸੀ ਵੀ ਕਿਸੇ ਨੇ ਗੁਰੂ ਸਾਹਿਬ ਨਾਲ ਜਾਣ ਵਾਲੀ ਸੰਗਤ ਕੋਲੋਂ ਜਜੀਆ ਨਹੀਂ ਲੈਣਾ। ਹੁਣ ਜਿੰਨੀ ਉੱਥੋਂ ਸੰਗਤ ਲੰਘੇ, ਜਦੋਂ ਕਹਿਣ ਜੀ ਟੈਕਸ ਤੇ ਅੱਗੋਂ ਆਖਣ ਧੰਨ ਗੁਰੂ ਅਮਰਦਾਸ, ਉਹ ਕਹਿੰਦੇ ਜੀ ਜਾਓ ਲੰਘ ਜਾਓ। ਕਹਿੰਦੇ ਜਿਹੜੀ ਸੰਗਤ ਮਹਾਰਾਜ ਜੀ ਨਾਲ ਜਾ ਰਹੀ ਸੀ ਉਹ ਤਾਂ ਗਏ ਹੀ ਉਸ ਦਿਨ, ਜਿਹੜੇ ਸ਼ਾਮ ਤਾਈਂ ਜਿਹੜਾ ਵੀ ਉੱਥੋਂ ਹੋਦਾਂ ਵੀ ਜਿਹੜੇ ਮੁਸਾਫਰ ਲੰਘਦੇ ਸੀ ਨਾ, ਉਹਨਾਂ ਕੋਲੋਂ ਜਦੋਂ ਉਹਨਾਂ ਨੇ ਟੈਕਸ ਮੰਗਣਾ ਤੇ ਉਹਨਾਂ ਨੇ ਕਹਿਣਾ ਧੰਨ ਗੁਰੂ ਅਮਰਦਾਸ, ਤੇ ਉਹਨਾਂ ਨੇ ਟੈਕਸ ਨਾ ਲੈਣਾ ਤੇ ਉੱਥੋਂ ਲੰਘਾ ਦੇਣਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਮਾਨੋ ਗੁਰੂ ਅਮਰਦਾਸ ਸਾਹਿਬ ਨੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਵਾਸਤੇ ਆਪਣੇ ਨਾਮ ਦਾ ਪੁਲ ਤਿਆਰ ਕੀਤਾ ਹੈ। ਜਿਹੜਾ ਗੁਰੂ ਅਮਰਦਾਸ ਸਾਹਿਬ ਦਾ ਨਾਂ ਲੈਂਦਾ ਉਹ ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਜਮ ਉਹਨਾਂ ਤੋਂ ਜਜੀਆ ਤੇ ਲੇਖਾ ਨਹੀਂ ਮੰਗਦੇ। ਐਸੇ ਪਰਮ ਦਿਆਲੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵਾਪਸ ਗੋਇੰਦਵਾਲ ਸਾਹਿਬ ਆਏ ਹਨ। ਬੇਅੰਤ ਚੋਜ ਸਤਿਗੁਰੂ ਜੀ ਨੇ ਕੀਤੇ ਨੇ। ਦੇਵੀ ਦਾਸ ਵਰਗੇ ਪੰਡਤਾਂ ਤੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ। ਖਾਲਸਾ ਜੀ ਬੇਅੰਤ ਗੁਰਸਿੱਖਾਂ ਨੂੰ ਆਤਮ ਗਿਆਨ ਦੀ ਸੋਝੀ, ਪ੍ਰੇਮੇ ਕੋੜੀ ਤੇ ਇਹੋ ਜਿਹਾ ਤਰਸ ਕੀਤਾ ਜਿਹਦੇ ਵੱਲ ਵੇਖਣ ਨੂੰ ਦਿਲ ਨਹੀਂ ਸੀ ਕਰਦਾ। ਸਰੀਰ ਚੋਂ ਪੂੰ ਚਲਦੀ ਸੀ, ਮੱਖੀਆਂ ਭਿਣ ਭਣਾਉਂਦੀਆਂ ਸਨ।
ਉਹਦੇ ਤੇ ਦਇਆ ਦ੍ਰਿਸ਼ਟੀ ਕਰਕੇ ਕਹਿੰਦੇ ਤਾਂ ਮੁਰਾਰੀ ਹੈ। ਐਸੇ ਪਰਮ ਦਿਆਲੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਦਰਸ਼ਨ ਪਰਸੀਏ ਤਾਂ ਇਸ ਧਰਤੀ ਤੇ ਕੀਤੇ ਹੋਏ ਜਿਤਨੇ ਪਾਪ ਨੇ ਉਹ ਸਾਰੇ ਪਾਪ ਬਿਨਸ ਜਾਂਦੇ ਹਨ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸੀਏ ਤਾਂ ਭੱਟ ਜਾਲਪ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ ਸਾਰੇ ਪਾਪ ਇਸ ਧਰਤੀ ਤੇ ਬਿਨਸ ਜਾਂਦੇ ਹਨ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸ ਕੇ ਸਾਰੀਆਂ ਸਿੱਧੀਆਂ ਰਿੱਧੀਆਂ ਆ ਜਾਂਦੀਆਂ ਹਨ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤਿਆਂ ਜਿਹੜਾ ਲੰਮਾ ਪੈਂਡਾ ਹੈ ਜਨਮ ਮਰਨ ਦਾ ਉਹ ਕੱਟਿਆ ਜਾਂਦਾ ਹੈ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸ ਕੇ ਜਿਹੜੀ ਨਹੀਂ ਲੱਭਦੀ ਵਸਤੂ ਉਹ ਵੀ ਲੱਭ ਜਾਂਦੀ ਹੈ। ਗੁਰੂ ਅਮਰਦਾਸ ਪਰਸਿਆ ਅਭਉ ਲੱਭੈ, ਨਿਰਭਉ ਪਦਵੀ ਪ੍ਰਾਪਤ ਹੋ ਜਾਂਦੀ ਹੈ। ਗਉ ਚੁੱਕੈ, ਜਨਮ ਮਰਨ ਚੁੱਕਿਆ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਇਹ ਜਿਤਨੇ ਫਲ ਨੇ ਭੱਟ ਜਾਲਪ ਜੀ ਕਹਿੰਦੇ ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿਠੈ ਮਿਲੈ। ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤਿਆਂ ਹੀ ਇਹ ਸਾਰੀਆਂ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਹਨ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭਲੇ ਅਮਰਦਾਸ ਗੁਣ ਤੇਰੇ, 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 ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ, 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 ਤੇਰੀ ਉਪਮਾ ਤੋਹਿ ਬਨ ਆਵੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਹੇ ਅਸ਼ਟਪਦੀਆ ਮਹੱਲਾ ਚੌਥਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ, ਅਸ਼ਟਪਦੀਆਂ ਹਨ ਰਾਗ ਸੂਹੀ ਦੀਆਂ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਉਚਾਰਨ ਕਰਦੇ ਹਨ। ਘਰ ਦੂਜੇ ਵਿੱਚ ਇਹਨਾਂ ਅਸ਼ਟਪਦੀਆਂ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕਰਦੇ, ਉਹ ਇੱਕ ਅਦੁੱਤੀ ਹੈ, ਓੰਕਾਰ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਏ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਣ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ, ਕੋਈ ਆਵੇ ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਆਣ ਕੇ ਮੈਨੂੰ ਮੇਰੇ ਉਸ ਪਿਆਰੇ ਪ੍ਰੀਤਮ ਨਾਲ ਮਿਲਾ ਦੇਵੇ, ਜਿਹੜਾ ਮਿਲਾਵੇ ਮੈਂ ਉਹਦੇ ਅੱਗੇ ਆਪਣਾ ਆਪ ਵੇਚ ਦਿਆਂ, ਉਹਦੇ ਅੱਗੇ ਆਪਣਾ ਆਪ ਵੇਚ ਦਿਆਂ ਹੋ। ਤਿਸ ਪਹਿ ਆਪ ਵਿਚਾਈ,
ਮੈਂ ਆਪਣਾ ਆਪ ਉਹਨੂੰ ਵੇਚ ਦਿਆਂ ਜਿਹੜਾ ਮੈਨੂੰ ਮੇਰੇ ਹਰੀ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਾ ਦੇਵੇ। ਦਰਸ਼ਨ ਹਰ ਦੇਖਣ ਕੈ ਤਾਏ। ਮੇਰੇ ਮਨ ਵਿੱਚ ਇੱਕੋ ਹੀ ਕਾਂਖਾ ਹੈ ਤਾਂ ਉਹ ਹੈ ਹਰੀ ਦੇ ਦਰਸ਼ਨਾਂ ਦੀ ਤਾਂਘ। ਕੇਵਲ ਨਿਰੰਕਾਰ ਦੇ ਦਰਸ਼ਨ ਦੇਖਣ ਤਾਈਂ ਮੈਂ ਆਪਣਾ ਆਪ ਉਹਨਾਂ ਗੁਰਮੁਖਾਂ ਦੇ ਚਰਨਾਂ ਵਿੱਚ ਵੇਚ ਦਿਆਂ ਜਿਹੜੇ ਮੈਨੂੰ ਮੇਰੇ ਹਰੀ ਪ੍ਰਭੂ ਨਾਲ ਮਿਲਾ ਦੇਣ। ਕਿਰਪਾ ਕਰ ਹੈ ਤਾਂ ਸਤਿਗੁਰ ਮਿਲ ਹੈ, ਹਰ ਹਰ ਨਾਮ ਧਿਆਏ। ਪਰਮੇਸ਼ਰ ਕਿਰਪਾ ਕਰੇ ਤਾਂ ਸਤਿਗੁਰਾਂ ਨਾਲ ਮੇਲ ਪ੍ਰਾਪਤ ਹੁੰਦਾ ਹੈ। ਜਦੋਂ ਸਤਿਗੁਰਾਂ ਨਾਲ ਮਿਲੀਏ ਤੇ ਫਿਰ ਹਰੀ ਦਾ ਨਾਮ ਧਿਆਈਦਾ। ਸਤਿਗੁਰਾਂ ਨਾਲ ਮਿਲ ਕੇ ਹੀ ਹਰ ਹਰ ਨਾਮ ਧਿਆਈ, ਹਰੀ ਦੇ ਨਾਮ ਨੂੰ ਧਿਆਈਦਾ ਹੈ। ਰਹਾਉ ਜੇ ਸੁਖ ਦੇਹ ਤਾਂ ਤੁਝ ਹੈ ਅਰਾਧੇ, ਦੁਖ ਭੇ ਤੁਝੈ ਧਿਆਏ। ਜੇ ਸਤਿਗੁਰੂ ਜੀ ਸੁਖ ਬਖਸ਼ਣ ਤਾਂ ਵੀ ਮਹਾਰਾਜ ਜੀ ਤੁਹਾਨੂੰ ਅਰਾਧਾਂ। ਜੇ ਮੇਰੇ ਕੀਤੇ ਕਰਮਾਂ ਦਾ ਮੈਨੂੰ ਦੁੱਖ ਮਿਲੇ ਤਾਂ ਉਸ ਦੁੱਖ ਦੇ ਵਿੱਚ ਵੀ ਹੇ ਪ੍ਰਭੂ ਮੈਂ ਤੈਨੂੰ ਧਿਆਵਾਂ। ਜੇ ਭੁੱਖ ਦੇਹ ਤਾਂ ਇਤਹਿ ਰਾਜਾ, ਦੁੱਖ ਵਿੱਚ ਸੁਖ ਮਨਾਏ। ਜੇ ਭੁੱਖ ਦੇਵੇਂ, ਮੇਰੇ ਕਰਮਾਂ ਦੀ ਭੁੱਖ ਹੈ, ਕਰਮ ਮੇਰੇ ਨੇ, ਕਿਸੇ ਦਾ ਦੋਸ਼ ਨਹੀਂ, ਤਾਂ ਉਹਦੇ ਵਿੱਚ ਵੀ ਹੇ ਪ੍ਰਭੂ ਮੈਂ ਰਾਜੀ ਹੋ ਕੇ ਰਹਾਂ। ਆਪਣੇ ਆਪ ਨੂੰ ਇਉਂ ਪ੍ਰਤੀਤ ਕਰਾਂ ਕਿ ਮੈਂ ਰੱਜਿਆ ਹੋਇਆ ਹਾਂ ਜਾਂ ਰਾਜੀ ਹਾਂ, ਔਰ ਦੁੱਖ ਵਿੱਚ ਵੀ ਸੁਖ ਮਨਾਵਾਂ। ਤਨ ਮਨ ਕਾਟ ਕਾਟ ਸਭ ਅਰਪੇ, ਵਿੱਚ ਅਗਨੇ ਆਪ ਜਲਾਏ। ਇਹ ਬਚਨ ਧੰਨ ਗੁਰੂ ਰਾਮਦਾਸ ਸਾਹਿਬ ਨੇ ਕਹੇ, ਕਮਾਏ ਗੁਰੂ ਅਰਜਨ ਦੇਵ ਸਾਹਿਬ ਨੇ ਕਿ ਮਹਾਰਾਜ ਜੀ ਕਹਿੰਦੇ ਮੈਂ ਆਪਣਾ ਤਨ ਤੇ ਮਨ ਕੱਟ ਕੱਟ ਕੇ ਆਪਣੇ ਮਾਲਕ ਦੇ ਚਰਨਾਂ 'ਚ ਅਰਪ ਦਿਆਂ ਤੇ ਅਗਨੀ ਵਿੱਚ ਆਪਣੇ ਆਪ ਨੂੰ ਜਲਾ ਕੇ ਸਵਾਹ ਕਰਕੇ ਆਪਣੇ ਮਾਲਕ ਦੇ ਚਰਨਾਂ ਦੇ ਰਸਤੇ 'ਚ ਵਿਛ ਜਾਵਾਂ। ਪੱਖਾ ਫੇਰੇ ਪਾਣੀ ਢੋਵਾ, ਜੋ ਦੇਵ ਹੈ ਸੋ ਖਾਏ। ਆਪਣੇ ਮਾਲਕ ਦੇ ਦਰ ਤੇ ਪੱਖਾ ਫੇਰਾਂ, ਉਹਦਾ ਪਾਣੀ ਢੋਵਾਂ। ਧੰਨ ਗੁਰੂ ਅਮਰਦਾਸ ਸਾਹਿਬ ਸੱਚੀ ਸਰਕਾਰ 12 ਸਾਲ ਪਾਣੀ ਢੋਂਦੇ ਰਹੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਦਾ। ਮੈਂ ਪਾਣੀ ਢੋਵਾਂ, ਜੋ ਦੇਵ ਹੈ ਸੋ ਖਾਈ, ਜੋ ਦੇਣ ਉਹ ਖਾ ਲਵਾ। ਨਾਨਕ ਗਰੀਬ ਟਹਿ ਪਿਆ ਦੁਆਰ, ਹਰ ਮੇਲ ਲੈਹੋ ਵਡਿਆਏ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਮੈਂ ਗਰੀਬ ਤੇਰੇ ਦੁਆਰ ਤੇ ਢਹਿ ਪਿਆ ਹੈ ਹਰੀ, ਕਿਰਪਾ ਕਰੋ ਮੈਨੂੰ ਆਪਣੇ ਨਾਲ ਮੇਲ ਲਓ, ਇਹ ਵਡਿਆਈ ਬਖਸ਼ ਦਿਓ। ਅੱਖੇ ਕਾਢ ਧਰੇ ਚਰਨਾ ਤਲ, ਸਭ ਧਰਤੀ ਫਿਰ ਮਤ ਪਾਏ। ਮੈਂ ਸਾਰੀ ਧਰਤੀ ਦਾ ਭਰਮਣ ਕਰਕੇ ਮਤ ਪਾਈ ਹੈ ਕਿ ਮੈਂ ਆਪਣੀਆਂ ਅੱਖਾਂ ਕੱਢ ਕੇ ਤੁਹਾਡੇ ਚਰਨਾਂ ਥੱਲੇ ਵਿਛਾ ਦਿਆਂ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਹਰ ਵੇਲੇ ਸਾਹਿਬ ਜੀ ਤੁਹਾਡੇ ਚਰਨਾਂ ਵੱਲ ਹੀ ਵੇਖਦਾ ਰਵਾਂ, ਯਾਨੀ ਕਿ ਤੁਹਾਡੇ ਚਰਨਾਂ ਦਾ ਦਾਸ ਬਣ ਕੇ ਰਹਾਂ। ਇਹ ਮਤ ਮੈਂ ਸਾਰੀ ਧਰਤੀ ਤੇ ਫਿਰ ਕੇ ਪ੍ਰਾਪਤ ਕੀਤੀ ਹੈ। ਜੇ ਪਾਸ ਬਹਲ ਹੈ ਤਾਂ ਤੁਝ ਹੈ ਅਰਾਧੇ, ਜੇ ਮਾਰ ਕੱਢ ਹੈ ਭੀ ਧਿਆਏ। ਜੇ ਕੋਲ ਬਿਠਾਲੋ ਤੇ ਤਾਂ ਵੀ ਤੁਹਾਡੀ ਆਰਾਧਨਾ ਕਰਾਂਗੇ ਮਹਾਰਾਜ। ਜੇ ਪਾਸ ਬਹਾਲ ਹੈ ਤਾਂ ਤੁਝੈ ਆਰਾਧੀ। ਮਹਾਰਾਜ ਜੀ ਜੇ ਪਾਸ ਬਹਾਲੋਗੇ ਬਿਠਾਓਗੇ ਤਾਂ ਵੀ ਤੁਹਾਨੂੰ ਆਰਾਧਾ। ਜੇ ਮਾਰ ਕੱਢੈ ਪੀ ਧਿਆਈ, ਜੇ ਮਾਰ ਕੇ ਕੱਢ ਦਿਓਗੇ ਤਾਂ ਵੀ ਕਿਹੜਾ ਮਹਾਰਾਜ ਜੀ ਮੈਂ ਤੁਹਾਡਾ ਚਿੰਤਨ ਛੱਡ ਦੇਣਾ, ਤਾਂ ਵੀ ਤੁਹਾਨੂੰ ਧਿਆਉਣਾ, ਤੁਹਾਨੂੰ ਆਰਾਧਨਾ ਹੈ। ਜੇ ਲੋਕ ਸਲਾਹੇ ਤਾਂ ਤੇਰੇ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਏ। ਜੇ ਦੁਨੀਆ ਸਲਾਹੇ ਤਾਂ ਮੈਂ ਆਖਾਂ ਤੇਰੀ ਉਪਮਾ, ਵਡਿਆਈ ਤੇਰੀ ਹੈ, ਮੈਨੂੰ ਕੌਣ ਜਾਣਦਾ ਮਹਾਰਾਜ, ਇਹ ਸਿਫਤਾਂ ਤੇਰੀਆਂ। ਤੇ ਜੇ ਨਿੰਦਾ ਕਰਨ ਤੇ ਕਿਸੇ ਦੀ ਨਿੰਦਾ ਸੁਣ ਕੇ ਮਹਾਰਾਜ ਜੀ ਮੈਂ ਤੁਹਾਨੂੰ ਛੱਡ ਨਹੀਂ ਜਾਣਾ। ਉਪਮਾ ਕਰਨ ਤਾਂ ਤੇਰੀ, ਜੇ ਨਿੰਦਾ ਕਰਨ ਤਾਂ ਮੇਰੀ, ਤੇ ਜੇ ਨਿੰਦਾ ਹੋਵੇ ਤਾਂ ਮਹਾਰਾਜ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ। ਜੇ
ਤੁਧ ਵੱਲ ਰਹੈ ਤਾਂ ਕੋਈ ਕਹਿਓ ਆਖੋ। ਇਹਨੂੰ ਕਹਿੰਦੇ ਆ ਬੇਪਰਵਾਹੀ ਦੀ ਅਵਸਥਾ। ਜੇ ਤੂੰ ਮੇਰੇ ਵੱਲ ਹੈ ਨਾ ਤਾਂ ਕੋਈ ਕੁਝ ਪਿਆ ਆਖੇ, ਮੈਨੂੰ ਨਹੀਂ ਕਿਸੇ ਦੇ ਕਹਿਣ ਦੀ ਕੋਈ ਪਰਵਾਹ ਕਿ ਕੋਈ ਕੀ ਆਖਦਾ ਹੈ, ਕੋਈ ਕੀ ਕਹਿੰਦਾ ਹੈ। ਤੁਧ ਵਿਸਰੈ ਮਰ ਜਾਏ। ਮਹਾਰਾਜ ਮੈਂ ਤਾਂ ਉਦੋਂ ਮਰਦਾ ਜਦੋਂ ਤੁਸੀਂ ਮੈਨੂੰ ਵਿਸਰਦੇ ਹੋ। ਜੇ ਤੁਸੀਂ ਮੇਰੇ ਵੱਲ ਹੋ ਤਾਂ ਕੋਈ ਕੁਝ ਪਿਆ ਕਹੇ, ਮੈਨੂੰ ਨਹੀਂ ਪਰਵਾਹ, ਪਰ ਮਹਾਰਾਜ ਜਦੋਂ ਤੁਸੀਂ ਵਿਸਰਦੇ ਹੋ ਤੇ ਮੈਂ ਮਰ ਜਾਂਦਾ ਹਾਂ। ਵਾਰ ਵਾਰ ਜਾਏ ਗੁਰ ਉਪਰ ਪੈ ਪੈਰੇ ਸੰਤ ਮਨਾਏ। ਮੈਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਵਾਂ, ਆਪਣੇ ਗੁਰੂ ਤੋਂ ਬਲਿਹਾਰ ਬਲਿਹਾਰ ਜਾਵਾਂ, ਪੈ ਪੈਰੀ ਸੰਤ ਮਨਾਈ। ਮਹਾਰਾਜ ਜੀ ਤੁਹਾਡੇ ਸੰਤ ਜਨਾਂ ਦੇ ਚਰਨੀ ਪੈ ਕੇ ਮੈਂ ਉਹਨਾਂ ਨੂੰ ਮਨਾਵਾਂ, ਉਹਨਾਂ ਨੂੰ ਪੂਜਾਂ। ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤਉ ਦਰਸ਼ਨ ਕੈ ਤਾਏ। ਲੋਕ ਕਹਿੰਦੇ ਆ ਵੇਖੋ ਇਹ ਮਸਤਾਨਾ ਦੀਵਾਨਾ ਹੋਇਆ ਫਿਰਦਾ। ਮਹਾਰਾਜ ਕਹਿੰਦੇ ਹਾਂ ਮਹਾਰਾਜ ਮੈਂ ਦੀਵਾਨਾ ਹੋ ਗਿਆ, ਤੇਰੇ ਦਰਸ਼ਨਾਂ ਤਾਈਂ ਦੀਵਾਨਾ ਹੋ ਗਿਆ। ਤੇਰੇ ਦਰਸ਼ਨਾਂ ਦੇ ਵਿੱਚ ਤਾਂਘ ਰੱਖ ਕੇ ਕਿ ਤੇਰੇ ਦੀਦਾਰ ਹੋਣ, ਤੇਰੇ ਦੀਦਾਰਾਂ ਦੇ ਵਿੱਚ ਮੈਂ ਦੀਵਾਨਾ ਹੋ ਗਿਆ ਹਾਂ। ਚਖੜ ਝਾਗੇ ਮੇਹੋ ਵਰਸੈ ਭੇ ਗੁਰ ਦੇਖਣ ਜਾਏ। ਇਹ ਸਿੱਖ ਦਾ ਗੁਰੂ ਨਾਲ ਪ੍ਰੇਮ ਹੈ। ਰੱਜ ਕੇ ਝੱਖੜ ਪਵੇ, ਰੱਜ ਕੇ ਮੀਂਹ ਵਰਸੇ, ਹਨੇਰੀਆਂ ਚੱਲਣ, ਜਿਹੜਾ ਗੁਰੂ ਕਾ ਸਿੱਖ ਹੈ ਇਹੋ ਜਿਹੇ ਸਮੇਂ ਵਿੱਚ ਵੀ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦਾ ਹੈ। ਸਮੁੰਦਰ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਏ। ਕਹਿੰਦੇ ਸਮੁੰਦਰ ਸਾਗਰ ਕਿੰਨਾ ਖਾਰਾ, ਜੇ ਗੁਰਸਿੱਖ ਨੂੰ ਗੁਰੂ ਦੇ ਪ੍ਰੇਮ ਚੋਂ ਵੀ ਲੰਘਣਾ ਪਵੇ ਨਾ, ਕਿ ਸਾਗਰ ਲੰਘ ਕੇ ਆਉਣਾ ਪਵੇ ਖਾਰਾ, ਤਾਂ ਗੁਰਸਿੱਖ ਉਹ ਵੀ ਲੰਘ ਕੇ ਆ ਕੇ ਆਪਣੇ ਗੁਰੂ ਪਾਸ ਜਾਂਦਾ ਹੈ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਏ। ਜਿਵੇਂ ਕੋਈ ਬੰਦਾ ਪਾਣੀ ਬਿਨਾ ਮਰ ਜਾਂਦਾ ਹੈ, ਏਦਾਂ ਗੁਰਸਿੱਖ ਗੁਰੂ ਤੋਂ ਬਿਨਾ ਮਰ ਜਾਂਦਾ ਹੈ। ਜਿਵੇਂ ਕੋਈ ਪਾਣੀ ਬਿਨਾ ਮਰ ਜਾਂਦਾ ਹੈ, ਏਦਾਂ ਗੁਰੂ ਕਾ ਸਿੱਖ ਗੁਰੂ ਬਿਨਾ ਮਰ ਜਾਂਦਾ ਹੈ। ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉ ਸਿੱਖ ਗੁਰ ਮਿਲ ਬਿਗਸਾਏ। ਜਿਵੇਂ ਧਰਤੀ ਸੋਭਦੀ ਹੈ, ਉਦੋਂ ਸੋਭਦੀ ਜਦੋਂ ਇਹਦੇ ਤੇ ਮੀਂਹ ਪਵੇ, ਉਦੋਂ ਧਰਤੀ ਸ਼ੋਭਨੀਕ ਹੋ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਕਾ ਸਿੱਖ ਉਦੋਂ ਖੁਸ਼ ਹੁੰਦਾ ਜਦੋਂ ਗੁਰੂ ਨੂੰ ਮਿਲਦਾ। ਜਦੋਂ ਗੁਰੂ ਨੂੰ ਮਿਲਦਾ, ਗੁਰੂ ਦੇ ਦਰਸ਼ਨ ਕਰਦਾ, ਤਾਂ ਗੁਰੂ ਕਾ ਸਿੱਖ ਵਿਗਸ ਜਾਂਦਾ, ਖੇੜੇ ਵਿੱਚ ਆ ਜਾਂਦਾ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਕਹਿੰਦਾ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਐਸੇ ਖੇੜੇ ਵਿੱਚ ਆ ਜਾਂਦਾ। ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਏ। ਮਹਾਰਾਜ ਤੇਰਿਆਂ ਸੇਵਕਾਂ ਦਾ ਸੇਵਕ ਹੋ ਕੇ ਵਰਤਾਂ, ਔਰ ਉਹਨਾਂ ਨੂੰ ਬੇਨਤੀਆਂ ਕਰ ਕਰਕੇ ਬੁਲਾਵਾ। ਨਾਨਕ ਕੇ ਬੇਨੰਤੇ ਹਰ ਪਹੈ ਗੁਰ ਮਿਲ ਗੁਰ ਸੁਖ ਪਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਮੇਰੀ ਬੇਨਤੀ ਹੈ ਹਰੀ ਜੀ ਤੁਹਾਡੇ ਚਰਨਾਂ ਵਿੱਚ, ਮੈਨੂੰ ਗੁਰੂ ਮਿਲੇ ਤੇ ਗੁਰੂ ਨਾਲ ਮਿਲ ਕੇ ਮੈਂ ਗੁਰ ਸੁਖ ਪਾਈ, ਵੱਡੇ ਸੁਖ ਨੂੰ ਪ੍ਰਾਪਤ ਕੀਤਾ ਹੈ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝ ਹੈ ਧਿਆਏ। ਵਾਹਿਗੁਰੂ ਤੂੰ ਆਪ ਹੀ ਗੁਰੂ ਹੈ ਤੇ ਆਪ ਹੀ ਚੇਲਾ ਹੋ ਰਿਹਾ ਹੈ, ਤੇ ਆਪ ਹੀ ਵਿੱਚ ਵਿਚੋਲਾ ਬਣ ਕੇ ਆਪਣੇ ਆਪ ਨੂੰ ਧਿਆ ਰਿਹਾ ਹੈ। ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵ ਹੈ, ਤੁਧ ਸੇਵਕ ਪੈਜ ਰਖਾਏ। ਮਹਾਰਾਜ ਜੀ ਜਿਹੜੇ ਤੈਨੂੰ ਸੇਵਦੇ ਆ ਉਹ ਤੇਰਾ ਹੀ ਰੂਪ ਹੋ ਜਾਂਦੇ ਹਨ। ਮਹਾਰਾਜ ਜੀ ਤੁਸੀਂ ਆਪਣਿਆਂ ਸੇਵਕਾਂ ਦੀ ਪੈਜ ਰਖਾਉਣ ਵਾਲੇ ਹੋ, ਆਪਣਿਆਂ ਸੇਵਕਾਂ ਦੀ ਪੱਤ ਤੇ ਆਬਰੂ ਰੱਖਣ ਵਾਲੇ ਹੋ। ਭੰਡਾਰ ਭਰੇ ਭਗਤੇ ਹਰ ਤੇਰੇ, ਜਿਸ ਭਾਵੈ ਤਿਸ ਦੇਵਾਏ। ਮਹਾਰਾਜ ਜੀ ਤੁਹਾਡੇ ਭਗਤੀ ਦੇ ਭੰਡਾਰੇ ਲਬਾ ਲਬ ਭਰੇ ਪਏ ਹਨ। ਜਿਹੜਾ ਤੁਹਾਨੂੰ ਭਾਵੇ
ਉਹਨੂੰ ਤੁਸੀਂ ਆਪਣੇ ਭੰਡਾਰਿਆਂ ਵਿੱਚੋਂ ਕਿਣਕਾ ਬਖਸ਼ ਦਿੰਦੇ ਹੋ। ਇਸ ਤੂੰ ਦੇਹ ਸੋਈ ਜਨ ਪਾਏ, ਹੋਰ ਨਿਹਫਲ ਸਭ ਚਤੁਰਾਏ। ਮਹਾਰਾਜ ਜੀ, ਜਿਸ ਨੂੰ ਤੁਸੀਂ ਬਖਸ਼ਦੇ ਹੋ ਉਸੇ ਨੂੰ ਆਪ ਜੀ ਦੀ ਦਾਤ ਪ੍ਰਾਪਤ ਹੁੰਦੀ ਹੈ। ਜੇ ਕੋਈ ਚਤਰਾਈਆਂ ਨਾਲ ਕਹੇ ਤੇ ਚਤਰਾਈਆਂ ਨਿਸ਼ਫਲ ਨੇ, ਚਤਰਾਈਆਂ ਨਾਲ ਤੇਰੀਆਂ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਏ। ਗੁਰਮੁਖਾਂ ਨੇ ਆਪਣੇ ਸੁਆਮੀ ਨੂੰ ਮਨ ਬਚ ਕਰਮ ਕਰਕੇ ਸਿਮਰਿਆ ਹੈ ਔਰ ਆਪਣੇ ਸੁੱਤੇ ਹੋਏ ਮਨ ਨੂੰ ਜਗਾ ਲਿਆ ਹੈ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਹੈ ਪ੍ਰਭੂ ਮੈਂ ਤੇਰੇ ਚਰਨਾਂ 'ਚ ਇੱਕ ਦਾਨ ਮੰਗਦਾ, ਕਿਰਪਾ ਕਰ ਮੈਨੂੰ ਆਪਣਿਆਂ ਦਾਸਾਂ ਦਾ ਦਾਸ ਬਣਾ ਲੈ। ਇਹ ਦਾਨ ਮੈਂ ਤੁਹਾਡੇ ਚਰਨਾਂ 'ਚੋਂ ਮੰਗਦਾ ਕਿ ਮੈਨੂੰ ਆਪਣਿਆਂ ਦਾਸਾਂ ਦਾ ਦਾਸ ਕਰ ਲਵੋ। ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਏ। ਜੇ ਗੁਰੂ ਝਿੜਕੇ ਤਾਂ ਵੀ ਗੁਰਸਿੱਖ ਨੂੰ ਮਿੱਠਾ ਲੱਗਦਾ, ਕਿਉਂਕਿ ਗੁਰੂ ਕੀ ਝਿੜਕ ਵਿੱਚ ਵੀ ਸਾਡਾ ਭਲਾ ਹੈ। ਤੇ ਜੇ ਗੁਰੂ ਤਰਸ ਕਰਕੇ ਬਖਸ਼ ਲਵੇ ਤਾਂ ਵੀ ਗੁਰੂ ਕੀ ਵਡਿਆਈ, ਕੋਈ ਮੇਰੀ ਘਾਲਣਾ ਨਹੀਂ, ਕੋਈ ਮੇਰਾ ਹੁਨਰ ਤੇ ਗੁਣ ਨਹੀਂ। ਜੇ ਬਖਸ਼ੇ ਤਾਂ ਵੀ ਮੇਰੇ ਗੁਰੂ ਦੀ ਵਡਿਆਈ ਹੈ। ਗੁਰਮੁਖ ਬੋਲ ਹੈ ਸੋ ਥਾਏ ਪਾਏ, ਮਨ ਮੁਖ ਕਿਛ ਥਾਏ ਨਾ ਪਾਏ। ਗੁਰਮੁਖ ਜੋ ਬੋਲਦੇ ਨੇ ਉਹ ਥਾਏ ਪੈਂਦਾ। ਗੁਰਮੁਖ ਜੋ ਕਹਿ ਦੇਣ ਨਾਨਕ ਦਾਸ, ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਉਹ ਜੋ ਬੋਲਦੇ ਨੇ ਥਾਏ ਪੈਂਦਾ। ਮਨਮੁਖ ਜੋ ਕੁਝ ਮਰਜ਼ੀ ਕਹੀ ਜਾਏ, ਉਹਨਾਂ ਦਾ ਬੋਲਿਆ ਕਿਸੇ ਥਾਏ ਨਹੀਂ। ਹਾਂਜੀ। ਪਾਲਾ ਕੱਕਰ ਵਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਏ। ਰੱਜ ਕੇ ਪਾਲਾ ਪਵੇ ਕੱਕਰ ਤੇ ਬਰਫ਼ ਪੈਂਦੀ ਹੋਵੇ ਤਾਂ ਵੀ ਗੁਰੂ ਕਾ ਸਿੱਖ ਚੱਲ ਕੇ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ ਹੈ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੇ ਗੁਰ ਪੈਰ ਤਰਾਏ। ਮੈਂ ਦਿਨ ਰਾਤ ਆਪਣੇ ਗੁਰੂ ਨੂੰ ਵੇਖਾਂ, ਮੈਂ ਆਪਣੀਆਂ ਅੱਖਾਂ 'ਚ ਆਪਣੇ ਗੁਰੂ ਦੇ ਚਰਨ ਵਸਾ ਲਵਾਂ। ਅਨੇਕ ਉਪਾਵ ਕਰੇ ਗੁਰ ਕਾਰਣ, ਗੁਰ ਭਾਵੈ ਸੋ ਥਾਏ ਪਾਏ। ਕਹਿੰਦੇ ਅਨੇਕਾਂ ਉਪਾਅ ਬੰਦਾ ਕਰਦਾ ਹੈ, ਅਨੇਕ ਤਰ੍ਹਾਂ ਦੇ ਕਰਮ ਕਰਦਾ ਹੈ ਕਿ ਮੇਰਾ ਗੁਰੂ ਮੇਰੇ ਤੇ ਖੁਸ਼ ਹੋ ਜਾਏ। ਖਾਲਸਾ ਜੀ, ਅਸਲ ਵਿੱਚ ਉਹੀ ਕਰਮ ਪ੍ਰਵਾਨ ਹੋਣਾ ਜਿਹੜਾ ਗੁਰੂ ਨੂੰ ਭਾ ਜਾਵੇ ਤੇ ਗੁਰੂ ਨੇ ਉਸੇ ਨੂੰ ਥਾਏ ਪਾਉਣਾ। ਰਹਿਣ ਦਿਨ ਸੋ ਗੁਰ ਚਰਨ ਆਰਾਧੇ, ਮੈਂ ਰਾਤ ਦਿਨ ਆਪਣੇ ਗੁਰੂ ਦੇ ਚਰਨ ਆਰਾਧਾਂ। ਦਇਆ ਕਰੋ ਮੇਰੇ ਸਾਈਂ, ਇਹ ਮੇਰੇ ਸਾਈਂ ਮੇਰੇ ਤੇ ਦਇਆ ਕਰੋ ਕਿ ਮੈਂ ਰਾਤ ਦਿਨ ਅੱਠੇ ਪਹਿਰ ਆਪਣੇ ਗੁਰੂ ਦੇ ਚਰਨ ਆਰਾਧਦਾ ਰਹਾ। ਨਾਨਕ ਕਾ ਜੀਉ ਪਿੰਡ ਗੁਰੂ ਹੈ, ਮੇਰੀ ਜਿੰਦ ਮੇਰੀ ਜਾਨ ਮੇਰਾ ਪਿੰਡ ਮੇਰਾ ਗੁਰੂ ਹੈ। ਗੁਰ ਮਿਲ ਤ੍ਰਿਪਤ ਅਗਾਏ। ਮੈਂ ਆਪਣੇ ਗੁਰੂ ਨੂੰ ਮਿਲ ਕੇ ਰੱਜ ਗਿਆ ਹਾਂ, ਤ੍ਰਿਪਤ ਹੋ ਗਿਆ। ਹੁਣ ਕੋਈ ਭੁੱਖ ਮੇਰੇ ਅੰਦਰ ਨਹੀਂ ਰਹੀ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਮੇਰਾ ਪ੍ਰਭੂ ਸਾਰੇ ਪਾਸੇ ਭਰਪੂਰਨ, ਜਿੱਧਰ ਕਿੱਧਰ ਹਰ ਪਾਸੇ ਮੇਰਾ ਗੁਸਾਈ ਸਰਬ ਥਾਈ ਵਿਆਪਕ ਹੈ। ਔਰ ਉਹਨੂੰ ਮਿਲ ਕੇ ਮੈਂ ਸदैवी ਕਾਲ ਲਈ ਤ੍ਰਿਪਤ ਹੋ ਗਿਆ। ਅਰਦਾਸ ਕਰਦਾ ਹਾਂ ਮੇਰੇ ਸਾਹਿਬ, ਕਿਰਪਾ ਕਰੋ ਮੈਂ ਰਾਤ ਦਿਨ ਆਪਣੇ ਗੁਰੂ ਦੇ ਚਰਨ ਧਿਆਵਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਵਾਹਿਗੁਰੂ ਵਾਹਿਗੁਰੂ।